किताब पोह ਦੀਆਂ ਰਾਤਾਂ ਲੇਖਕ ਸੁਰਿੰਦਰ ਸਿੰਘ ਖਾਲਸਾ। ਤੀਜੀ ਰਾਤ 9 ਪੋਹ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਕਿਵੇਂ ਗੁਜ਼ਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਸਾਰੀ ਰਾਤ ਗੰਗੂ ਦੀ ਇਹ ਝਾਕਦਿਆਂ ਲੰਘ ਗਈ ਕਿ ਮਾਤਾ ਜੀ ਕਦੋਂ ਸੌਂਦੇ ਨੇ ਤਾਂ ਮੈਂ ਆਪਣਾ ਦਾਲ ਆ ਕੇ ਤੁਰਦਾ ਬਣਾ, ਪਰ ਉਹ ਸਾਰੀ ਰਾਤ ਇਸ ਕੰਮ 'ਚ ਸਫਲ ਨਾ ਹੋ ਸਕਿਆ। ਉਸ ਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ। ਇਸੇ ਤਰ੍ਹਾਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਗੰਗੂ ਨੂੰ ਮੱਲੋ ਮੱਲੀ ਨੀਂਦ ਆ ਗਈ। ਮਾਤਾ ਜੀ ਤਲਾਅ ਤੋਂ ਮੂੰਹ ਹੱਥ ਧੋ ਕੇ ਸਾਵਧਾਨ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਬਾਣੀ ਪੜ੍ਹਨ ਵਿੱਚ ਲੀਨ ਹੋ ਗਏ। ਬਹੁਤ ਦੇਰ ਇਸੇ ਤਰ੍ਹਾਂ ਰੱਬ ਦੀ ਬੰਦਗੀ ਵਿੱਚ ਜੁੜੇ ਰਹੇ। ਗੰਗੂ ਨੂੰ ਦਿਨ ਚੜ੍ਹੇ ਜਾਗ ਆਈ ਤਾਂ ਅੱਬੜ ਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਬਾਹਰ ਜਾ ਕੇ ਵੀ ਕੱਟੀ, ਪਰ ਹੱਥ ਪੱਲੇ ਕੁਝ ਨਾ ਪਿਆ। ਇਹ ਪਾਪੀ ਅਗਲੀ ਵਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੋਂ ਮੇਰਾ ਪਿੰਡ ਨੇੜੇ ਹੀ ਹੈ, ਉੱਥੇ ਚੱਲਦੇ ਹਾਂ, ਉੱਥੇ ਜਾ ਕੇ ਹੀ ਭੋਜਨ ਛਕਾਂਗੇ। ਇਸ ਦੀ ਨੀਅਤ ਇੰਨੀ ਖੋਟੀ ਹੋ ਚੁੱਕੀ ਹੈ, ਮਾਤਾ ਜੀ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ। ਭਾਣੇ ਦੀ ਮੂਰਤ, ਦਾਦੀ ਮਾਂ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਗੰਗੂ ਦੇ ਨਾਲ ਅਗਲੇ ਸਫ਼ਰ ਲਈ ਚੱਲ ਪਏ। ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ, ਪਿੰਡ ਤੋਂ ਬਾਹਰ ਇੱਕ ਉਜਾੜ ਥਾਂ 'ਤੇ ਢੱਕ ਵਿੱਚ ਲੈ ਗਿਆ। ਢੱਕ ਦਾ ਭਾਵ ਜਿਸ ਵਿੱਚ ਝਾੜੀ, ਕਾਹੀ, ਸਲਵਾੜ ਤੇ ਜੰਗਲੀ ਬੂਟੇ ਆਦਿ ਹੋਣ। ਇੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਉਂਦਾ ਹਾਂ ਕਿ ਕੋਈ ਖਤਰਾ ਤੇ ਨਹੀਂ, ਕਿਤੇ ਪਿੰਡ ਸਿਪਾਹੀ ਨਾ ਉਤਰੇ ਹੋਣ। ਹਰ ਪਿੰਡ ਵਿੱਚ ਮੁਗਲ ਸਿਪਾਹੀ ਸਿੰਘਾਂ ਨੂੰ ਤੇ ਗੁਰੂ ਜੀ ਨੂੰ ਢੂੰਡਦੇ ਫਿਰਦੇ ਸੀ। ਗੁਰੂ ਜੀ ਤੇ ਉਸ ਦੇ ਸੇਵਕਾਂ ਨੂੰ ਫੜਾਉਣ ਵਾਲੇ ਨੂੰ ਬਹੁਤ ਇਨਾਮ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੁੱਲ ਵਿੱਚ ਪੀੜਿਆ ਜਾਵੇਗਾ। ਢੰਡੋਰਾ ਹਰ ਪਿੰਡ ਵਿੱਚ ਪਿਟਿਆ ਜਾ ਰਿਹਾ ਸੀ। ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ ਮੁਗਲ ਸਿਪਾਹੀ ਨਾ ਉਤਰੇ ਹੋਣ। ਮਾਤਾ ਜੀ ਇਸ ਦੀ ਬਹੁਤ ਦੇਰ ਤੱਕ ਉਡੀਕ ਕਰਦੇ ਰਹੇ, ਪਰ ਇਹ ਛੇਤੀ ਵਾਪਸ ਨਾ ਆਇਆ। ਮਾਤਾ ਜੀ ਨੂੰ ਬਹੁਤ ਨੇੜੇ ਇੱਕ ਸਲਵਾੜ ਦਾ ਛੱਪਰ ਕੁੱਲੀ ਬਣਿਆ ਨਜ਼ਰੀ ਪਿਆ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਵਿੱਚ ਚਲੇ ਗਏ। ਇਹ ਛੱਪਰ ਇੱਕ ਮਸਤ ਫਕੀਰ ਦੀ ਕੁਟੀਆ ਸੀ। ਇਹ ਪਿੰਡੋਂ ਬਾਹਰ ਕੱਖਾਂ ਕਾਨਿਆਂ ਦੀ ਬਣੀ ਝੌਂਪੜੀ ਨੁਮਾ ਕੁਟੀਆ ਵਿੱਚ ਰਹਿੰਦਾ ਸੀ। ਲੋਕਾਂ ਨਾਲ ਇਸ ਦਾ ਬਹੁਤਾ ਵਾਹ ਵਾਸਤਾ ਨਹੀਂ ਸੀ। ਆਪਣੀ ਮਸਤੀ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ। ਕਦੇ ਕਦਾਈ ਆਪਣੀ ਮੌਜ ਵਿੱਚ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛਕ ਆਉਂਦਾ। ਜਦੋਂ ਇਹ ਫਕੀਰ ਆਪਣੀ ਕੁਟੀਆ ਵਿੱਚ ਆਇਆ ਤਾਂ 3 ਅਜਨਬੀ ਚਿਹਰੇ ਦੇਖ ਕੇ ਪੁੱਛਿਆ, ਇੱਥੇ ਕਿਵੇਂ ਬੈਠੇ ਹੋ? ਤਾਂ ਮਾਤਾ ਜੀ ਨੇ ਕਿਹਾ, ਐਵੇਂ ਹੀ ਬੈਠੇ ਹਾਂ। ਇਹਨਾਂ ਤਿੰਨਾਂ ਦੇ ਚਿਹਰਿਆਂ 'ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ ਦੇਰ ਨਾ ਲੱਗੀ। ਉਹ ਜਾਣ ਗਿਆ ਕਿ ਇਹ ਕੋਈ ਭਲੀਆਂ ਰੂਹਾਂ ਹਨ। ਇਸ ਨੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਕਿਹਾ, ਤੁਸੀਂ ਮੇਰੀ ਕੁਟੀਆ 'ਚ ਬੇਝਿਜਕ ਬੈਠੇ ਰਹੋ। ਫਕੀਰ ਆਪ ਫਿਰ ਆਪਣੀ ਮਸਤੀ ਵਿੱਚ ਝਾੜੀਆਂ ਝੱਲਾਂ ਵਿੱਚ ਵੜ ਗਿਆ। ਇਸ ਫਕੀਰ ਦੀ ਕੁਟੀਆ ਵਾਲੀ ਥਾਂ 'ਤੇ ਬਹੁਤ ਪੁਰਾਣਾ ਅਸਥਾਨ ਬਣਿਆ ਹੋਇਆ ਹੈ। ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ। ਇਸ ਤੋਂ ਇਸ ਗੁਰਦੁਆਰੇ ਦਾ ਨਾਂ ਐਮਾ ਸਾਹਿਬ ਪੈ ਗਿਆ। ਪੁਰਾਣੀਆਂ ਮੋਟੀਆਂ ਇੱਟਾਂ ਦੇ ਬਣੇ ਇਸ ਪੁਰਾਤਨ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵੀ ਬਣੀ ਹੋਈ ਹੈ। ਇਹ ਗੁਰਦੁਆਰਾ ਪਿੰਡ ਸਹੇੜੀ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਤੋਂ ਦੱਖਣ ਵਾਲੇ ਪਾਸੇ ਸਥਿਤ ਹੈ। ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ। ਆਓ ਹੁਣ ਅੱਗੇ ਦੇਖੀਏ ਕਿ ਗੰਗੂ ਪਾਪੀ ਨੇ ਕੀ ਕਰਮ ਕਮਾਇਆ। ਇਹ ਘਰ ਨੂੰ ਗਿਆ, ਦੇਰ ਤੱਕ ਵਾਪਸ ਨਾ ਆਇਆ। ਢੱਕ ਉਜਾੜ ਥਾਂ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਭਰਦੇ ਹਨ। ਲੈ ਮਾਤੋ ਨਿਜ ਗਇਓ ਗਰਾਮ, ਸਹੇੜੀ ਥੋ ਉਸਕੋ ਨਾਮ, ਜਾਏ ਉਜਾੜ ਮਦ ਢੱਕ ਬਹਾਈ, ਚੀਜ਼ ਸਭੀ ਉਨ ਕਰੀ ਕਬਜਾਈ, ਕਹੇ ਮਾਤਾ ਹਮ ਜਿਮੀ ਦਬਾਈ, ਤੁਮ ਮਨ ਚਿੰਤਾ ਕਰਿਓ ਨਾ ਕਾਈ, माता कहे हम चिंता जान, हमको बताओ किते कल्ब मकान।
इस उजाड़ विच बनी फकीर दी कुटिया विच माता जी गंगू नूं उड़ीकदे रहे। ये पापी शाम नूं आया। माता जी नूं कहिंदा कि तुसीं चिंता ना करो। माता जी ने कहा कि मैनूं इन्हां निक्कीआं जानां दी चिंता है। सानूं इत्थे जंगल विच बिठा गया, किते थां सिर मकान विच बिठा तां ठंड तो बचिया जा सके। रतन सिंह भंगू उपरलियां सतरां विच लिखदे हन कि गंगू ने माता जी कोलों सब चीज़ां अपने कब्जे विच कर लईआं ते कहा कि तुसीं चिंता ना करो, मैं ਜ਼ਮੀਨ ਵਿੱਚ ਦਬਾ ਦਿੱਤੀਆਂ ਹਨ। ਜੇ ਇਸ ਪਾਪੀ ਦੇ ਮਾਇਆ ਹੱਥ ਆ ਜਾਂਦੀ ਤਾਂ ਇਹ ਕਦੇ ਵੀ ਸਰਕਾਰ ਦੇ ਬਾਗੀ ਸਮਝੇ ਜਾਂਦੇ। ਗੁਰੂ ਜੀ ਦੇ ਮਾਤਾ ਜੀ ਤੇ ਪੁੱਤਰਾਂ ਨੂੰ ਆਪਣੇ ਘਰ ਲੈ ਕੇ ਨਾ ਜਾਂਦਾ। ਇਸ ਪਾਪੀ ਵਿੱਚ ਇੰਨਾ ਧਰਮ ਕਿੱਥੇ ਸੀ। ਗੁਰਦੁਆਰਾ ਐਮਾ ਸਾਹਿਬ ਵਾਲੇ ਅਸਥਾਨ ਤੋਂ ਇਹ ਦੁਸ਼ਟ ਮਾਇਆ ਦੇ ਲਾਲਚ ਵਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ। ਇਹ ਪਾਪੀ ਇਹਨਾਂ ਕੋਲ ਰਹਿ ਕੇ ਵੀ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਪਛਾਣ ਨਾ ਸਕਿਆ। ਘਰ ਵਿੱਚ ਲਿਆ ਕੇ ਇੱਕ ਕੋਠੜੀ ਵਿੱਚ ਟਿਕਾਣਾ ਕਰਵਾ ਦਿੱਤਾ। ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ। ਇਸ ਪਾਪੀ ਨੇ ਦੱਬੀ ਜ਼ੁਬਾਨ ਵਿੱਚ ਉਹਨਾਂ ਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ। ਮਾਤਾ ਜੀ ਨੇ ਇਸ਼ਨਾਨ ਕਰ ਬਸਤਰ ਬਦਲੇ। ਸਾਹਿਬਜ਼ਾਦਿਆਂ ਦੇ ਵੀ ਇਸ਼ਨਾਨ ਕਰਾ ਕੇ ਬਸਤਰ ਨਵੇਂ ਪਾ ਦਿੱਤੇ। ਮਾਤਾ ਜੀ ਕੋਲ ਗਠੜੀ ਵਿੱਚ ਥੋੜ੍ਹੇ ਬਹੁਤ ਜ਼ਰੂਰੀ ਬਸਤਰ ਬੰਨੇ ਹੋਏ ਸੀ। ਦਿਨ ਵਿੱਚ ਕਈ ਨਵੀਆਂ ਪੁਸ਼ਾਕਾਂ ਪਹਿਨਣ ਵਾਲੇ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਤਿਆਰ ਹੋਏ ਸੀ। ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸ ਨੇ ਬਹੁਤ ਹੀ ਅਸ਼ਰਧਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਅੱਗੇ ਲਿਆ ਰੱਖਿਆ। ਦਾਦੀ ਮਾਂ ਨੇ ਭੋਜਨ ਵੱਲ ਵੇਖ ਕੇ ਕਿਹਾ ਕਿ ਇਹ ਕਿਹੋ ਜਿਹਾ ਭੋਜਨ ਹੈ। ਆਨੰਦਪੁਰ ਸਾਹਿਬ ਤਾਂ ਸਾਡੇ ਕਾਵਾਂ ਕੁੱਤਿਆਂ ਨੂੰ ਵੀ ਨਹੀਂ ਸੀ ਪਾਇਆ ਜਾਂਦਾ। ਇਹ ਮਾਸੂਮ ਇਸ ਨੂੰ ਕਿੱਦਾਂ ਛਕਣਗੇ। ਦਾਦੀ ਮਾਂ ਨੇ ਗੰਗੂ ਨੂੰ ਇੱਕ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਬਣਿਆ ਮਿਲਦਾ ਹੈ ਜਾ ਕੇ ਖਰੀਦ ਲਿਆ। ਉਹ ਇੱਕ ਸਿਰ ਕਿਲੋ ਦੇ ਘੱਟ ਪਤਾਸੇ ਖਰੀਦ ਲਿਆ, ਜਿਸ ਵਿੱਚੋਂ ਥੋੜ੍ਹੇ ਜਿਹੇ ਤਿੰਨਾਂ ਜੀਆਂ ਨੇ ਛਕ ਕੇ ਪਾਣੀ ਪੀ ਪਰਮਾਤਮਾ ਦਾ ਭਾਣਾ ਮਨ ਸ਼ੁਕਰ ਮਨਾ ਲਿਆ। ਇਸ ਬਾਬਤ ਦੁਨਾ ਸਿੰਘ ਦੀ ਲਿਖਤ ਇਹ ਲਿਖਦੀ ਹੈ, ਦੋਹਰਾ ਲਹੇਰ ਕੀ ਰੋਟੀ ਕਰੀ ਮਸਰੀ ਕੀ ਦਾਲ ਥਾਲੀ ਮਹੇ ਸੋ ਪਾਏ ਕੇ ਲੈ ਆਇਓ ਤਤਕਾਲ। ਚੌਪਈ ਸੋ ਰੋਟੀ ਐਸੀ ਕਰ ਲਿਆਇਓ ਹਮਰੇ ਕਾਗ ਨ ਕੂਕਰ ਖਾਏ ਤਬ ਮਾਤਾ ਐਸੇ ਬਿਖਲਾਨੀ ਭੂਖੇ ਕੋयर ਦੇਖ ਕੁਮਲਾਨੀ। ਦੋਹਰਾ ਮਾਤਾ ਜੀ ਐਸੇ ਕਹਿਓ मोहर एक लै जाहो जो पकवान तुम देखो सो प्रसाद लै आओ। सोठा पतासे सेर दोया लै आयो मसंद तब कशक छके तिस माहे अव रहे तिस ठोर ही। घर आए सत बगाने नूं भी चंगी तरह रोटी पानी छका दईदा है। ये तां आपणिਆਂ नालों वध के सी। लहेर नूं मड़ुआ भी कहा जाता है ਤੇ ਇਸ ਦੀ ਫਸਲ ਝੋਨੇ ਵਾਂਗ ਬੀਜੀ ਜਾਂਦੀ ਹੈ। ਇਸ ਦੇ ਦਾਣੇ ਸਰੋਂ ਨਾਲੋਂ ਵੀ ਬਰੀਕ ਹੁੰਦੇ ਨੇ ਤੇ ਇਸ ਦੀ ਰੋਟੀ ਦਾ ਸਵਾਦ ਕੁਸੈਲਾ ਹੁੰਦਾ ਹੈ। ਖਾਣਾ ਬਣਾਉਣ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸ਼ੋਭੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਈਏ ਤੇ ਇਹਨਾਂ ਦਾ ਧਨ ਲੁੱਟ ਲਈਏ। ਸੋਭੀ ਨੇ ਇਹ ਕਹਿਰ ਕਮਾਉਣ ਤੋਂ ਗੰਗੂ ਨੂੰ ਬਹੁਤ ਵਰਜਿਆ। ਸੋਭੀ ਦਾ ਜ਼ਿਕਰ ਗਿਆਨੀ ਠਾਕਰ ਸਿੰਘ ਨੇ ਸ਼ਹੀਦ ਬਿਲਾਸ ਤੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਕੀਤਾ ਹੈ। ਓਪਰੇ ਮਨ ਨਾਲ ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ। ਇਹਦਾ ਪਰਿਵਾਰ ਵੀ ਕੁਝ ਦੇਰ ਕੋਲ ਬੈਠਾ ਰਿਹਾ। ਸਾਰੇ ਆਪੋ ਆਪਣੇ ਸਿਰ ਥਾਂ ਸੌਂ ਗਏ। ਇਸ ਪਾਪੀ ਨੂੰ ਨੀਂਦ ਕਿੱਥੇ ਆਵੇ। ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠੜੀ ਵੱਲ ਲੱਗਾ ਰਿਹਾ ਕਿ ਕਦੋਂ ਮਾਤਾ ਜੀ ਸੌਣ ਤਾਂ ਮੈਂ ਧਨ ਸਮੇਟ ਲਵਾਂ। ਜਦੋਂ ਬਹੁਤ ਗੂੜੀ ਰਾਤ ਹੋ ਗਈ ਤਾਂ ਆਪਣੇ ਮੰਜੇ ਤੋਂ ਉੱਠ ਨਮਕ ਹਰਾਮੀ ਦੱਬੇ ਪੈਰੀ ਕੋਠੜੀ ਵਿੱਚ ਜਾ ਵੜਿਆ। ਚੌਪਈ ਭਈ ਰੈਨ ਖੁਰਜੀ ਤਿਨ ਲੀਨੀ ਜਾ ਕਰ ਚੋਏ ਮੈਂ ਗੱਡ ਦੀਨੀ ਮੁੜ ਆਇਓ ਤਬ ਆਪਣੇ ਦੁਆਰਾ ਭਈ ਭੋਰ ਤਬ ਫੇਰ ਸਿਧਾਰਾ। ਕ੍ਰਿਤ ਭਾਈ ਦੁਨਾ ਸਿੰਘ ਹੰਡੂਰੀਆ। ਪਾਛੇ ਜੋ ਚੰਡਾਰ ਕ੍ਰਿਤ ਕੀਨਾ ਖੁਰਜੀ ਕਾੜ ਧਰਨ ਗੱਡ ਦੀਨਾ ਮਦ ਖੜ ਗਾਢੀ ਤਬ ਜਾਏ
मोहर पए खुरजी ताए। गुरबिलास पातशाही 10वीं भाई सुखा सिंह पन्ना 330 भाषा विभाग। रैन परी जब सब सैं गए मोहर न दाबत दिद जुपए। श्री गुरपद प्रेम प्रकाश कृत बाबा सुमेर सिंह पन्ना 385 पंजाबी यूनीवर्सिटी पटियाला। एक मीना चुपचाप धन की खुरजी चुक लियाया ते घरों बाहर जाके किसी सुके चोह के किनारे खड्ड विच दब दिती। वापस आ चुप चपीता ही अपने मंजे ते लेट गया। ਇਹਦਾ पापी मन बहुत खुश सी। जिस माया लई इन्नियां लेलड़ियां कढ़दा सी ਉਹ ਇਹਦੇ हथ आ चुकी सी। इस पापी ने पहला ही लुट होयां नूं लुट लिया। पापीआ ਉਹ ਤਾਂ घर-बार पहला ही लुटा चुके ने। घरों बेघर होए फकीरी वाली हालत ते भी तैनूं तरस ना आया। ਤਿੰਨੋਂ जी इस आसरे इस पापी नाल तुरे रहे कि साडा गुरु जी नाल मिलाप करवा देवेगा, पर ਇਹ दुष्ट ਤਾਂ माया करके ही उन्हां नूं इधर उधर लई फिरदा सी। इस पापी दा मनोरथ पूरा हो गया। ये चंदरी रात गुरु परिवार नालों विछड़ के दादी माँ ते निक्कियां जिंदा ने 9 पोह 1761 बिक्रमी 23 दसंबर 1704 ईस्वी नूं पिंड सहेड़ी गंगू पापी दे घर बतीत कीती। पता पिंड ते डाकखाना सहेड़ी तहसील जिला रोपड़। सहेड़ी रोपड़ तो मोरिंडा रोड उपर मोरिंडे तो 3 किलोमीटर की दूरी ते है। सूचना ਐਮਾ ਸਾਹਿਬ वाले अस्थान ते उथे रहण वाले फकीर की समाध एक किक्कर दे दरख्त थले होया करदी सी। इस दे नेड़े पिपल दे एक वड्डे दरख्त दे कोल निक्कियां इट्टां दे चूने की चनाई नाल उसारे एक कोठे विच साधु महात्मा रहिंदे सन। इस दे आले दुआले 5 बिघे जमीन च अंबां दा बाग अते 80 बिघे जमीन इस अस्थान दे नां लगी हुंदी सी, जो रोपड़ दे राजा भूप सिंह ने अर्पण कीती सी। अगे जाके जथेदार हाकम सिंह, भंगा सिंह ते नाहर सिंह इत्थे काबज रहे। सथानक लोकां दे बहुत दबाव पाउण ते उन्हां ने 1925 ईस्वी तो बाद एक छोटा जिहा गुरुद्वारा उसारिया, जो कि हुण भी मौजूद है। गुरुद्वारा साहिब की नवीन इमारत 5 अक्तूबर 1969 ईस्वी नूं मुकम्मल हुई। इस अस्थान का नींह पत्थर संत बाबा अजीत सिंह जी नाथमलपुर वालियां ने रखिया। जलंधर की रहन वाली एक सिख बीबी, ना नहीं पता, जो दिल्ली शहर च विआही हुई सी, 50 साल की उम्र विच पुत्र पैदा होने ते खुशी विच बीबी ने सारी माया अपने कोलों खर्च के इस इमारत की सेवा की। पिंड सहेड़ी च गंगू दे घर वाले बेआबाद स्थान ते 20वीं सदी के आरंभ च इसे पिंड विच वसन वाले श्रद्धालुआं ने थड़ा साहिब बना के माता जी ते साहिबजादियां दी यादगार कायम करके इस दी मानता करनी शुरू कर दी। 1950 ईस्वी के आस पास गुरुद्वारा अटक साहिब गंगू दा घर सहेड़ी की आरंभता बाबा सुरजन सिंह जी ने की, जो पिंड बेला नेड़े चमकौर साहिब के रहण वाले सन। इस दी दूजी वार बनी इमारत की सेवा बाबा अजीत सिंह नाथमलपुर नेड़े सहेड़ी वालियां ने करवाई, जो 24 अगस्त 1979 ईस्वी विच चलाना कर गए। तीजी वार मौजूदा समय च इस अस्थान की कार सेवा बाबा हरबंस सिंह जी दिल्ली वालियां दी संस्था करवा रही है। अटक साहिब ते एमए साहिब का प्रबंध एक्ट 87 अधीन श्रोमणी गुरुद्वारा प्रबंधक कमेटी श्री अमृतसर कोल है। तीजी 9 पोह की रात। लेखक सुरिंदर सिंह, आवाज़ गुरजंट सिंह रूपोवाली। वाहिगुरू जी का खालसा, वाहिगुरू जी की फतेह।